ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਬਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਜੀ ਦਾ ਕਾਮਰੂ ਦੇਸ਼, ਕਾਮ ਰੂਪ ਦੇਸ਼, ਜਿਸ ਨੂੰ ਅੱਜ ਦੀ ਤਰੀਕ ਵਿੱਚ ਆਪਾਂ ਅਸਾਮ ਕਹਿੰਦੇ ਆ, ਉੱਥੇ ਜਾਣਾ। ਇਸ ਲੜੀ ਨਾਲ ਜੁੜਨ ਤੋਂ ਪਹਿਲਾਂ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕਮੇਟੀ ਦੀ ਜੋ ਧਰਮ ਪ੍ਰਚਾਰ ਕਮੇਟੀ ਹੈ ਔਰ ਸਮੂਹ ਹਜੂਰੀ ਰਾਗੀ ਢਾਡੀ ਸਭਾ ਦੇ ਜੋ ਕੀਰਤਨੀਏ ਨੇ, ਵਿਸ਼ੇਸ਼ ਕਰਕੇ ਉਹਦੀ 5 ਮੈਂਬਰੀ ਕਮੇਟੀ ਔਰ ਕਨਵੀਨਰ ਮੇਰੇ ਵੱਡੇ ਵੀਰ ਭਾਈ ਕੁਲਤਾਰ ਸਿੰਘ ਜੀ, ਜਿਨ੍ਹਾਂ ਦੇ ਕੋਲ ਕੀਰਤਨ ਜੋ ਮਰਿਆਦਾ ਹੈ ਉਹਦੀ ਇੱਕ ਬਹੁਤ ਵੱਡੀ ਵਿਰਾਸਤ ਹੈ। ਦਾਦਿਆਂ ਪੜਦਾਦਿਆਂ ਤੋਂ ਇਸ ਘਰ ਵਿੱਚ ਕੀਰਤਨ ਹੈ ਔਰ ਪੁਸ਼ਤ ਦਰ ਪੁਸ਼ਤ ਪੂਰੀ ਜ਼ਿੰਦਗੀ ਪਰਿਵਾਰ ਨੇ ਇਸ ਸੇਵਾ ਵਿੱਚ ਦਿੱਤੀ ਹੈ। ਸੋ ਪਿਛਲੇ ਸਮੇਂ ਅੰਦਰ ਗੁਰੂ ਕੇ ਕੀਰਤਨੀਆਂ ਨੇ ਆਪਸ ਵਿੱਚ ਮਿਲ ਬੈਠ ਕੇ ਇੱਕ ਆਪਣੀ ਜਥੇਬੰਦੀ ਦੀ ਸਾਲਾਨਾ ਚੋਣ ਕਰਦਿਆਂ ਭਾਈ ਸਾਹਿਬ ਜੀ ਨੂੰ ਆਪਣਾ ਮੁਖੀ ਸਥਾਪਿਤ ਕੀਤਾ ਔਰ ਇਹ ਇਸ ਸਭਾ ਦਾ ਇਹ ਪਹਿਲਾ ਪ੍ਰੋਗਰਾਮ ਹੈ। ਵਾਹਿਗੁਰੂ ਕਰੇ ਇਹ ਲੜੀ ਅੱਗੇ ਚੱਲੇ। ਭਾਈ ਸਾਹਿਬ ਜੀ ਦੀ ਵਿਦਵਤਾ, ਇਹਨਾਂ ਦੀ ਜਿਹੜੀ ਸਹਿਯੋਗੀ 5 ਮੈਂਬਰੀ ਕਮੇਟੀ ਹੈ ਉਹਦੀ ਜੋ ਵਿਦਵਤਾ ਹੈ ਉਹਦਾ ਸਾਨੂੰ ਲਾਭ ਹੋਵੇ। ਅਸੀਂ ਸਮਝ ਸਕੀਏ ਕਿ ਗੁਰਮਤਿ ਸੰਗੀਤ ਕੀ ਹੈ। ਇੱਕ ਗੱਲ ਸਾਨੂੰ ਸਮਝ ਆਈ ਹੈ, ਅੱਜ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਭਾਵੇਂ ਹਿੰਦੁਸਤਾਨ ਦੀ ਕੋਈ ਸਟੇਟ ਹੋਵੇ
ਉੱਥੋਂ ਦੇ ਲੋਕਾਂ ਦਾ ਪਹਿਰਾਵਾ, ਉੱਥੋਂ ਦੀ ਬੋਲੀ, ਉੱਥੋਂ ਦਾ ਖਾਣ ਪੀਣ ਭਾਵੇਂ ਕੁਛ ਵੀ ਹੋਵੇ, ਪਰ ਉਹ ਸਾਰੇ ਲੋਕ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਗੀਤ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਸਟੇਟਾਂ ਤੋਂ ਬਾਹਰ ਜਾਈਏ ਤੇ ਕੰਟਰੀਆਂ ਦੀ ਗੱਲ ਕਰਾਂਗੇ, ਮੁਲਕਾਂ ਦੀ ਗੱਲ ਕਰਾਂਗੇ। ਸਾਡੇ ਤੇ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਕਿ ਸਾਨੂੰ ਸਤਿਗੁਰੂ ਨੇ ਜਦੋਂ ਰੱਬੀ ਬਾਣੀ, ਅਕਾਲੀ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਦੀ ਬਖਸ਼ਿਸ਼ ਕੀਤੀ ਹੈ, ਤਾਂ ਸਤਿਗੁਰੂ ਜੀ ਨੇ ਸਾਨੂੰ 31 ਰਾਗ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਬਾਣੀ ਨੂੰ ਗਾਉਣ ਦੀ ਇੱਕ ਹਦਾਇਤ ਵੀ ਕੀਤੀ ਹੈ। ਰਾਗ ਨੂੰ ਭਾਂਡਾ ਬਣਾ ਕੇ ਦਿੱਤਾ ਹੈ, ਵਸਤੂ ਬਣਾ ਕੇ ਨਹੀਂ, ਭਾਂਡਾ ਹੈ। ਗੁਰਮਤ ਸੰਗੀਤ ਦੇ ਵਿੱਚ ਜਿਹੜੀ ਵਸਤੂ ਹੈ ਉਹ ਗੁਰਬਾਣੀ ਹੈ, ਇੱਕ ਭਾਂਡਾ ਹੈ। ਔਰ ਇਸ ਭਾਂਡੇ ਦੀ ਖੂਬਸੂਰਤੀ ਹੈ ਜਿਹੜੀ ਆਪਾਂ ਨੇ ਅੱਜ ਮੇਰੇ ਤੋਂ ਪਹਿਲਾਂ ਭਾਈ ਸੁਰਜੀਤ ਸਿੰਘ ਜੀ ਰਸੀਲਾ ਹਾਜ਼ਰੀ ਭਰ ਕੇ ਗਏ ਨੇ, ਔਰ ਅੱਜ ਵੀ ਰਾਤ 11:30 ਵਜੇ ਤੱਕ, ਕੱਲ ਸਵੇਰੇ ਫਿਰ 9 ਵਜੇ ਤੋਂ ਲੈ ਕੇ ਕੱਲ ਰਾਤ ਨੂੰ ਫਿਰ 11:30 ਵਜੇ ਤੱਕ ਇੱਕ ਰਾਗ ਜੋ ਇਹਨਾਂ 31 ਰਾਗਾਂ ਦੇ ਵਿੱਚੋਂ ਇੱਕ ਹੈ, ਮਲਾਰ। ਮਲਾਰ ਸੀਤਲ ਰਾਗ ਹੈ, ਠੰਡਾ ਰਾਗ ਹੈ, ਠੰਡਕ ਦੇਣ ਵਾਲਾ ਰਾਗ ਹੈ। ਮੈਂ ਪੁੱਛ ਰਿਹਾ ਸੀ ਭਾਈ ਕੁਲਤਾਰ ਸਿੰਘ ਹੋਰਾਂ ਨੂੰ ਵੀ ਮੈਂ ਇਹਦੇ ਬਾਰੇ ਕੁਝ ਬੋਲਣਾ ਹੋਵੇ ਤੇ ਮੈਨੂੰ ਦੱਸ ਦਿਓ, ਕਿਉਂਕਿ ਮੇਰਾ ਵਿਸ਼ਾ ਨਹੀਂ ਹੈ, ਸੰਗੀਤ ਮੇਰਾ ਸਬਜੈਕਟ ਨਹੀਂ ਹੈ। ਥੋੜੀ ਬਹੁਤੀ ਜਿਹੜੀ ਕੋਈ ਬੇਸਿਕ ਥੋੜੀ ਬਹੁਤੀ ਸੋਝੀ ਹੋਏਗੀ, ਪਰ ਜੇ ਮੈਂ ਕਹਾਂ ਕਿ ਮੈਨੂੰ ਰਾਗਾਂ ਬਾਰੇ ਕੋਈ ਗਿਆਨ ਹੈ ਤਾਂ ਬਿਲਕੁਲ ਨਹੀਂ ਹੈ। ਗੁਰਬਾਣੀ ਬਾਰੇ ਸ਼ਾਇਦ ਮੈਂ ਕੋਈ ਗੱਲ ਕਰ ਸਕਾਂ, ਉਹ ਵੀ ਜਿੰਨੀ ਕੁ ਰੱਬ ਨੇ, ਗੁਰੂ ਨੇ ਮੈਨੂੰ ਮੱਤ ਦਿੱਤੀ ਹੈ, ਦਾਵਾ ਕੋਈ ਨਹੀਂ ਹੈ। ਤਾਂ ਮੈਨੂੰ ਭਾਈ ਸਾਹਿਬ ਜੀ ਦੱਸ ਰਹੇ ਸੀ ਵੀ 2 ਰਾਗ ਐਸੇ ਨੇ, ਇੱਕ ਬਸੰਤ ਹੈ ਜੋ ਲੰਬਾ ਸਮਾਂ ਚੱਲਦਾ, ਫਿਰ ਇਹਦਾ ਸਮਾਂ ਨਿਸ਼ਚਿਤ ਨਹੀਂ ਹੈ, ਇਹਦੀ ਰੁੱਤ ਨਿਸ਼ਚਿਤ ਹੈ ਕਿ ਬਸੰਤ ਰੁੱਤ ਵਿੱਚ ਗਾਇਆ ਜਾਏਗਾ, ਸਵੇਰੇ ਗਾਓ, ਦੁਪਹਿਰੇ ਗਾਓ, ਸ਼ਾਮੀ ਗਾਓ, ਰਾਤ ਗਾਓ। ਇਸੇ ਤਰ੍ਹਾਂ ਮਲਾਰ ਰਾਗ ਦੀ ਰੁੱਤ ਹੈ, ਸਮਾਂ ਨਹੀਂ ਹੈ। ਇਹ ਬਰਸਾਤ ਦੀ ਰੁੱਤ ਹੈ, ਸਾਵਣ ਤੇ ਭਾਦੋ। ਇਹਦੇ ਵਿੱਚ ਇਹ ਹਰ ਵਕਤ ਗਾਇਆ ਜਾ ਸਕਦਾ ਹੈ। ਸੋ ਇਹਨਾਂ ਨੇ ਬੜਾ ਸੋਹਣਾ ਉਦਮ ਕੀਤਾ। ਇਹਦੇ ਨਾਲ ਤੁਹਾਨੂੰ ਮੈਨੂੰ ਸਾਰਿਆਂ ਨੂੰ ਪਤਾ ਵੀ ਲੱਗਿਆ ਕਿ ਭਾਈ ਬਰਸਾਤ ਰੁੱਤ ਦਾ ਵੀ ਕੋਈ ਰਾਗ ਹੈ, ਬਸੰਤ ਰੁੱਤ ਦੇ ਰਾਗ ਦਾ ਤੇ ਪਤਾ ਸੀ ਆਪਾਂ ਨੂੰ। ਸੋ ਇਹ 2 ਦਿਨ ਆਪਾਂ ਆਨੰਦ ਮਾਣਾਂਗੇ, ਔਰ ਸਾਨੂੰ ਪਤਾ ਵੀ ਲੱਗੇਗਾ ਕਿ ਸਾਡੇ ਕੋਲੇ ਕਿੰਨੇ ਕਿੰਨੇ ਸਿਆਣੇ ਕੀਰਤਨੀਏ ਹੈਗੇ ਨੇ। ਕਿਉਂਕਿ ਸਾਡੇ ਵਿੱਚ ਇੱਕ ਹੈ ਕਿ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਗੁਰੂ ਕੇ ਕੀਰਤਨੀਏ ਆਉਣ, ਬੜੀ ਉਚੇਚ ਨਾਲ ਅਸੀਂ ਸੁਣਦੇ ਹਾਂ। ਹੋਰ ਵੀ ਬੜੇ ਪੰਥ ਦੇ ਨਾਮਵਰ ਕੀਰਤਨੀਏ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਸੋਹਣੇ ਗਲੇ ਵੀ ਦਿੱਤੇ ਨੇ, ਰਾਗ ਦੀ ਵਿਦਿਆ ਵੀ ਦਿੱਤੀ ਹੈ। ਤੋ ਇਹ ਸਾਰਾ ਕੁਝ ਹੀ ਮੁਬਾਰਕ ਹੈ, ਪਰ ਸਾਨੂੰ ਇਹ ਮਹਿਸੂਸ ਹੋਏਗਾ 2 ਦਿਨਾਂ ਵਿੱਚ ਕਿ ਦਿੱਲੀ ਕਮੇਟੀ ਨੇ ਜਿਹੜੇ ਗੁਰੂ ਕੇ ਕੀਰਤਨੀਏ ਇਹਨਾਂ ਅਸਥਾਨਾਂ ਦੀ ਸੇਵਾ ਦੇ ਵਿੱਚ ਲੈ ਕੇ ਆਉਂਦੇ ਨੇ, ਗੁਰੂ ਦੀ ਉਹਨਾਂ ਤੇ ਵੀ ਬੜੀ ਕਿਰਪਾ ਹੈ। ਔਰ ਇਹ 2 ਦਿਨ ਬਹੁਤ ਸਾਰੇ ਗੁਰੂ ਕੇ ਕੀਰਤਨੀਆਂ ਨੇ ਆ ਕੇ ਹਾਜ਼ਰੀ ਭਰਨੀ ਹੈ। ਜੇ ਆਪ ਜੀ ਆ ਕੇ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਸਕੋ ਤਾਂ ਬਹੁਤ ਅੱਛੀ ਗੱਲ ਹੈ। ਇਹਦੇ ਨਾਲ ਇੱਕ ਤੇ ਸੰਗਤ ਵਿੱਚ ਬੈਠ ਕੇ ਸੁਣਨ ਦਾ ਆਨੰਦ ਵੱਖਰਾ ਹੈ। ਦੂਜੀ ਗੱਲ ਜਿਹੜੀ ਮੈਂ ਆਪ ਜੀ ਨੂੰ ਬੇਨਤੀ ਕਰਾਂ
कि केवल गुरु के कीर्तनियां दे हक विच बयान दे देना, स्टेटमेंट दे देनी, ये कोई वड्डी सूरमताई नहीं है। वड्डी सूरमताई है भी 2 दिन इत्थे आके हाज़री भरो। तुसीं की सोचते, इन्हां नूं किन्ना उत्साह मिलेगा, इन्हां नूं पता लगेगा कि संगत सानूं किन्ना प्यार करदी है। और इन्हां दे मन विच अगर तुसीं इस प्रोग्राम नूं सलाहोगे, अगर इनू प्रोग्राम नूं तुसीं अगर एप्रीशिएट करोगे, तो फिर अगले महीने होर प्रोग्राम आउणगे, उस तो अगले महीने होर आउणगे। इन्हां दे मन विच भी चाहो होएगा, धर्म प्रचार कमेटी दे मन विच भी चाहो होएगा कि आपां होर सोहणे प्रोग्राम लैके आईए। सो आओ आपां सारे इन्हां नूं उत्साहित भी करिए ते अपनी जिंदगी का समा भी सफल करिए, क्योंकि गुरु ने सानू हुक्म किया है कि असी गुरबाणी नूं सुनीए, गुरबाणी नूं पढ़ीए, गुरबाणी नूं गाइए। कलयुग में कीर्तन प्रधाना, ये बड़ी प्रधान प्रथा है भगती दी। हर कीरत साध संगत है, सिर करमन के कर्म, संगत विच बैठना ते रब की इबादत करना, इस तो उपर कोई धर्म कर्म नहीं है। मत सोचना जिन्हां दे विच अज दुनिया प्रवृत्त है। मैं रोज़ कथा विच बेनती करदा कि धर्म कर्म ते कर्म कांड, ये दोवें चीज़ां किते भी नेड़े तेड़े नहीं हैगियां। असी कर्म कांडी हाँ, किसी रस्ते च नहा लिया, किते टूणा कर लिया, कोई धागा तवीत पा लिया, किते कोई आटा मनसा लिया, कोई पानी ते फूका मरवा लिया, ये कर्म कांड ने, ये धर्म कर्म नहीं है। तो जे धर्म कर्म करन जाओगे तो फिर सब तो उत्तम कर्म जिहड़ा है वो रब की इबादत है। सो जितना समा साडे कोल बचे है, क्योंकि अद्धे घंटे का समा है, बाकी समा अज कीर्तन नूं दिता गया है, कल भी इस तरह अद्धा घंटा समा रहेगा। सो ये जिहड़ी लड़ीवार कथा आपां सुनदे हां, गुरु नानक दे पिता जी तलवंडी तो चले ऐमणाबाद आए, ऐमणाबाद तो चले कामरू देश आए, कामरू देश आए ते बड़ा सोहना देश सी, बड़े सोहने बाग सी। भाई मरदाना जी कहन लगे, बाबा जे तुसी हुक्म करो तो मैं नाले ते शहर वेख आवां ते नाले कुछ खा पी आवां। सतगुरां ने कहा भी ना मरदाना, ये लोग अच्छे नहीं। तो मैं कल भी बेनती की सी कि गुरबाणी की एक पंक्ति है जिथे गुरु जी कहते ने, गुर की मत तू लेहे ए आने। हुण असी सोचते भी ये गल छोटे छोटे बच्चों को कही है, नहीं भाई, ये गल तुहानू ते मैनू कही है। क्योंकि गुरु दे वास्ते तुम मात पिता हम बारक तेरे, वो साडा माता पिता, असी तो उहदे बच्चे हैं। शायद आप जी नू पता होवे कि अकबर बादशाह की जो माँ मरी सी ना, कहते रोंदा बहुत सी। तुसी कहोगे भी जिदी भी माँ मरेगी बच्चा तो रोएगा ही। तो सारे उन्होंने कहते सी भी जा अपना बादशाह सलामत, तुसी एडे वड्डे चक्रवर्ती राजे हो, किसी गल की घाट थोड़ा है। अखीर अम्मी ने जाना तो सी, कोई दुनिया की कोई वखरी गल तो हो ही नहीं। ये तो संसार का एक चलन है कि जो आया उन्हें चले जाना है। तो उहदी गल्लां दे जवाब दे विच जिहड़ियां सानू तवारीखां मिलदियां ने, तो वो एक गल कह के बहुत रोंदा सी। कहंदा सी हुण अज तो बाद मैनू जां अपना बादशाह कहण वाले लोग तो बड़े मिलणगे, पर मैनू अक्कू कौन कवेगा। ये चेता रखना। मैं ये गल बड़ियां तो सुनी है कि अपने आप नूं मुंडा खुंडा ही कहणगे। तो मैं कई बारी कहना ना भी बापू जी मुंडे खुंडे किवें होए? कहंदे मेरी माँ जिउंदी है, आजो मेरी माँ नूं पुछ लो, वो मेरी माँ तो कहूगी मेरे मुंडे नूं बुलाओ। 80 साल का भी होवे तां भी मुंडा ही है। माँ प्यो वास्ते बच्चे हमेशा ही बच्चे होंदे। जे तुसी मान लिया कि गुरु तुहाडा माता पिता है, तो फिर अपने आप नूं कदे बापू ना समझना, अपने आप नूं बच्चे ही समझना कि तुम मात पिता
ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੇ ਬੱਚੇ ਦੀ ਇੱਕ ਗਲਤੀ ਹੈ, ਇੱਕ ਤੇ ਉਹ ਜਿੱਦ ਬੜੀ ਕਰਦਾ ਹੈ, ਦੂਜੀ ਗੱਲ ਜਿਹੜੀ ਗੱਲ ਤੋਂ ਰੋਕੋਗੇ ਉਹ ਜ਼ਰੂਰ ਕਰੇਗਾ। ਭਾਈ ਮਰਦਾਨੇ ਨੂੰ ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਨਹੀਂ ਜਾਣਾ, ਇਹ ਲੋਕ ਚੰਗੇ ਨਹੀਂ। ਮਰਦਾਨਾ ਕਹਿਣ ਲੱਗਾ, ਬਾਬਾ ਮੈਨੂੰ ਤੁਸੀਂ ਐਵੇਂ ਹੀ ਰੋਕਦੇ ਹੋ, ਕੋਈ ਗੱਲ ਤੇ ਹੈ ਨਹੀਂ। ਸਤਿਗੁਰੂ ਕਹਿੰਦੇ ਚੰਗਾ ਭਾਈ ਤੂੰ ਚਲੇ ਜਾ। ਚਲੇ ਗਿਆ। ਤੇ ਉੱਥੇ ਕੀ ਸੀ? ਉੱਥੇ ਇਹ ਜਿਹੜਾ ਕਾਮਰੂ ਦੇਸ਼ ਸੀਗਾ, ਪੁਰ ਮੈਂ ਬਰ ਕੈ ਉਰ ਮੈਂ ਹਰਖਾ ਬਰ ਹੇਰਤ ਨਾਰਨ ਰੂਪ ਅਪਾਰੇ ਤਰ ਪਾਤਰ ਮੂਲ ਉਖਾਰਨ ਕੋ ਕਰਨੀ ਸੀ ਅਹੈ ਵਿਚਾਰ ਬਿਹਾਰੈ ਸਿਰ ਬਾਰ ਸਵਾਰ ਕੇ ਅੰਜਨ ਡਾਰ ਸ਼ਿੰਗਾਰ ਸੁਧਾਰ ਕਟਾਸ਼ ਨਿਹਾਰੈ ਨਰ ਜੋ ਪਰਦੇਸੀ ਕਰੇ ਪ੍ਰਵੇਸ਼ ਬਸੀ ਕਰ ਲੇਤ ਹੈ ਮੰਤਰ ਉਚਾਰੇ। ਉੱਥੋਂ ਦੀਆਂ ਜਿਹੜੀਆਂ ਇਸਤਰੀਆਂ ਸੀ ਉਹ ਕਈ ਢੰਗ ਤਰੀਕਿਆਂ ਨਾਲ ਆਪਣੇ ਵਾਲ ਵਾਹੁੰਦੀਆਂ, ਅੱਖਾਂ ਵਿੱਚ ਸੁਰਮੇ ਪਾਉਂਦੀਆਂ। ਕੋਈ ਪਰਦੇਸੀ ਮਨੁੱਖ ਆਵੇ ਤੇ ਉਹਨੂੰ ਆਪਣੇ ਮੰਤਰਾਂ ਦੇ ਨਾਲ ਉਹ ਆਪਣੇ ਅਧੀਨ ਕਰ ਲੈਂਦੀਆਂ ਸੀ। ਭਾਈ ਮਰਦਾਨਾ ਉੱਥੇ ਚਲਾ ਗਿਆ। ਹਾਂਜੀ। ਰਮਤ ਪੁਰਖ ਸੋ ਥਕਤ ਨਹਿ ਅਸ ਕੁਲ ਟਾਹ ਤਹਿ ਨਾਰ ਪਤ ਕੋ ਰਾਖੈ ਸਬਸ ਕਰ ਆਪ ਕਰਹਿ ਬਿਬਚਾਰ। ਇੱਥੋਂ ਦੀਆਂ ਔਰਤਾਂ ਫੱਫੇ ਕੁੱਟਣੀਆਂ ਸਨ, ਜਾਦੂ ਕਰਨੀਆਂ ਸਨ, ਮੰਤਰ ਤੰਤਰ ਕਰਦੀਆਂ ਸੀ, ਔਰ ਇਸ ਕਦਰ ਭਾਰੂ ਸਨ ਕਿ ਉਹਨਾਂ ਨੇ ਆਪਣੇ ਪਤੀ ਆਪਣੇ ਘਰ ਵਾਲੇ ਵੀ ਗੁਲਾਮ ਕੀਤੇ ਹੋਏ ਸਨ। ਜਿਹੜਾ ਕੋਈ ਦੂਜੇ ਦੇਸ਼ ਦਾ ਮਨੁੱਖ ਆਉਂਦਾ ਸੀ ਉਸ ਨੂੰ ਵੀ ਆਪਣੇ ਗੁਲਾਮ ਬਣਾ ਲੈਂਦੀਆਂ ਸੀ। ਹਾਂਜੀ। ਜਬੈ ਮਰਦਾਨਾਪੁਰ ਮਦ ਮੈਂ ਪਿਆਨਾ ਤਬ ਗਇਓ ਏਕ ਥਾਨ ਹਿਤ ਲੀਲ ਕੇ ਆਹਾਰਿਆ। ਭਾਈ ਮਰਦਾਨਾ ਜੀ ਨਗਰੀ ਦੇ ਜਦੋਂ ਵਿੱਚ ਗਏ, ਅੱਜ ਤੁਸੀਂ ਵੇਖੋਗੇ ਜਿਹੜੇ ਮਾਲ ਨੇ, ਸ਼ਾਪਿੰਗ ਸੈਂਟਰ ਨੇ, ਉਹ ਸ਼ਹਿਰਾਂ ਤੋਂ ਬਾਹਰ ਨੇ, ਪਰ ਕਦੇ ਐਸਾ ਹੁੰਦਾ ਸੀ ਕਿ ਬਿਲਕੁਲ ਸ਼ਹਿਰਾਂ ਦੇ ਵਿਚਕਾਰ, ਪਿੰਡਾਂ ਦੇ ਬਿਲਕੁਲ ਸੈਂਟਰ 'ਚ ਹੱਟੀਆਂ ਹੁੰਦੀਆਂ ਸੀ, ਬਾਜ਼ਾਰ ਹੁੰਦੇ ਸੀ। ਪਹਿਲਾਂ ਸ਼ਹਿਰ ਦੇ ਅੰਦਰ ਜਿੱਥੇ ਜਿਹਨੂੰ ਬਾਰਾਂਦਰੀ ਕਹਿ ਦਿਓ, ਹਾਈ ਸਟਰੀਟ ਕਹਿ ਦਿਓ, ਜਿਹੜਾ ਮਰਜ਼ੀ ਨਾਂ ਦੇ ਦਿਓ, ਇਲਾਕੇ ਦੀ ਬੋਲੀ ਹੈ, ਸਮੇਂ ਦੀ ਬੋਲੀ ਹੈ। ਬਿਲਕੁਲ ਜਦੋਂ ਸ਼ਹਿਰ ਦੇ ਵਿਚਕਾਰ ਗਏ, ਭਾਈ ਮਰਦਾਨਾ ਜੀ ਲੱਭਦੇ ਨੇ, ਇਹ ਸੁਣ ਲੈਣਾ, ਮੈਂ ਪੜ੍ਹਦਾ ਇਸ ਨੂੰ। ਜਬੇ ਮਰਦਾਨਾ ਪੁਰ ਮੱਧ ਮੈਂ ਪਿਆਨਾ, ਪੁਰ ਕਹਿੰਦੇ ਨੇ ਸ਼ਹਿਰ, ਸ਼ਹਿਰ ਦੇ ਮੱਧ ਕਹਿੰਦੇ ਨੇ ਬਿਲਕੁਲ ਸੈਂਟਰ। ਜਦੋਂ ਸ਼ਹਿਰ ਦੇ ਵਿਚਕਾਰ ਪਹੁੰਚਦੇ ਨੇ, ਤਬ ਗਇਓ ਏਕ ਥਾਨ ਹਿਤ ਲੈਣ ਕੇ ਆਹਾਰਿਆ। ਹੁਣ ਇੱਕ ਥਾਂ ਤੇ ਗਏ, ਉਤੋਂ ਰੈਸਟੋਰੈਂਟ ਤਾਂ ਹੁੰਦੇ ਨਹੀਂ ਸੀ, ਕਲਚਰ ਹੀ ਨਹੀਂ ਸੀ, ਨਾ ਹੋਟਲ ਹੁੰਦੇ ਸੀ, ਨਾ ਢਾਬੇ ਹੁੰਦੇ ਸੀ। ਲੋਕ ਨਿੱਜੀ ਤੌਰ ਤੇ ਆਪਣੇ ਘਰਾਂ ਦੇ ਬਾਹਰ ਹੀ ਕੋਈ ਸ਼ਾਇਦ ਐਸਾ ਪ੍ਰਬੰਧ ਕਰਦੇ ਹੋਣਗੇ। ਇੱਕ ਪਾਸੇ ਭਾਈ ਮਰਦਾਨਾ ਜੀ ਲੰਗਰ ਰੋਟੀ ਲੈਣ ਵਾਸਤੇ, ਭੋਜਨ ਲੈਣ ਵਾਸਤੇ, ਆਪਣੇ ਖਾਣ ਲਈ ਲੰਗਰ ਲੈਣ ਵਾਸਤੇ ਗਏ ਨੇ। ਹਾਂਜੀ। ਬੈਸੀ ਚਾਰੂ ਨਾਰ ਚਾਰ ਨੈਣ ਸੋ ਨਿਹਾਰ ਇਸ ਬਚਨ ਪਰਸ ਪਰ ਬਿਬਦ ਉਚਾਰਿਆ। ਹੁਣ ਇੱਥੇ ਕੀ ਹੋਇਆ? ਬੈਸੀ ਚਾਰੂ ਨਾਰ, ਉੱਥੇ ਸੁੰਦਰ ਸਰੂਪ ਵਾਲੀਆਂ ਕੁਝ ਇਸਤਰੀਆਂ ਬੈਠੀਆਂ ਨੇ। ਜਿਵੇਂ ਹੀ ਉਹਨਾਂ ਨੇ ਭਾਈ ਮਰਦਾਨੇ ਨੂੰ ਵੇਖਿਆ, ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਭਾਸ਼ਾ ਵਿੱਚ, ਆਪਣੀ ਬੋਲੀ ਵਿੱਚ ਉਹ ਇੱਕ ਦੂਜੇ ਨੂੰ ਉਹ ਬੋਲਦੀਆਂ ਨੇ। ਹਾਂਜੀ। ਇੱਕ ਕਹਿ ਮੇਰੋ ਇਹੋ, ਦੂਜੀ ਕਹਿ ਮੀਤ ਮੋਹੇ, ਤੀਜੀ ਕਹਿ ਪੂਰਬ ਮੈਂ ਤੁਮ ਤੇ ਨਿਹਾਰਿਆ। ਉਹ ਜਿਹੜੀਆਂ ਸੁੰਦਰ ਇਸਤਰੀਆਂ ਬੈਠੀਆਂ ਸੀ, ਇੱਕ ਨੇ ਉੱਚੀ ਆਵਾਜ਼ ਵਿੱਚ ਕਿਹਾ, ਏਕ ਕਹੇ ਮੇਰੋ ਇਹ, ਇੱਕ ਨੇ ਕਿਹਾ ਵੀ ਇਹ ਬੰਦਾ ਤੇ ਮੇਰਾ, ਇਹ ਤੇ ਮੇਰਾ ਸ਼ਿਕਾਰ ਹੈ। ਦੂਜੀ ਕਹੇ ਮੀਤ ਮੋਹੇ, ਦੂਜੀ ਕਹਿਣ ਲੱਗੀ ਨਹੀਂ ਨਹੀਂ ਇਹ ਤੇ ਮੇਰਾ ਮਿੱਤਰ ਹੈ। ਤੀਜੀ ਕਹੇ ਪੂਰਬ ਮੈਂ ਤੁਮ ਤੇ ਨਿਹਾਰਿਆ, ਜਿਹੜੀ ਤੀਜੀ ਸੀ ਉਹ ਕਹਿੰਦੀ ਵੀ ਤੁਹਾਡੇ ਦੋਵਾਂ ਤੋਂ ਪਹਿਲਾਂ ਇਹਨੂੰ ਮੈਂ ਵੇਖਿਆ, ਇਹ ਤੇ ਮੇਰਾ ਸ਼ਿਕਾਰ ਹੈ। ਹਾਂਜੀ।
ਚੌਥੀ ਉਠ ਤਤਕਾਲ ਤੰਤ ਗੇਰ ਗਰੀਬ ਮਾਹੇ ਲੀਨੋ ਕਰ ਮੇਡਾ ਧਾਮ ਦੀਨ ਗਰ ਡਾਰਿਆ। ਹੁਣ ਤਿੰਨ ਜਿਹੜੀਆਂ ਸੀ ਉਹ ਤੇ ਰਹਿ ਗਈਆਂ ਬੋਲਦੀਆਂ ਬੋਲਦੀਆਂ। ਜਿਹੜੀ ਚੌਥੀ ਸੀ ਉਹ ਇਹਨਾਂ ਤਿੰਨਾਂ ਦੀ ਮਾਂ ਨਿਕਲੀ। ਉਹ ਉੱਠੀ, ਉਹਨੇ ਧਾਗਾ ਜਾ ਕੇ ਅਤਾ ਨਹੀਂ ਵੇਖਿਆ ਪਤਾ ਨਹੀਂ ਵੇਖਿਆ ਤੇ ਭਾਈ ਮਰਦਾਨੇ ਦੇ ਗਲ ਵਿੱਚ ਧਾਗਾ ਬੰਨ੍ਹ ਦਿੱਤਾ। ਚੌਥੀ ਜਿਹੜੀ ਹੈ ਉਸਨੇ ਚੌਥੀ ਉਠ ਤਤਕਾਲ ਤੰਤ ਗੇਰ ਗਰੀਬ ਮਾਹੇ ਲੀਨੋ ਕਰ ਮੇਢਾ ਦਾਮ ਨਹੀਂ ਗਰ ਡਾਰਿਆ। ਤੇ ਜਿਵੇਂ ਹੀ ਉਹਦੇ ਭਾਈ ਮਰਦਾਨੇ ਦੇ ਗਲ ਵਿੱਚ ਧਾਗਾ ਪਿਆ, ਭਾਈ ਮਰਦਾਨਾ ਜੀ ਨੂੰ ਬਣਾ ਲਿਆ ਭੇਡੂ। ਉਹ ਤੇ ਸਰੀਰ ਹੀ ਬਦਲ ਗਿਆ। ਉਹ ਇੰਨੀਆਂ ਜਾਦੂਗਰਨੀਆਂ ਔਰਤਾਂ ਸੀ। ਹਾਂਜੀ। ਮਾਨਵ ਦੇਹ ਗਈ ਪਲਟੀ ਤਬ ਏਂਡਕ ਰੂਪ ਸੁਦੀਨਸ ਲਾਗਾ। ਹੁਣ ਮਨੁੱਖ ਤੋਂ ਜਾਨਵਰ ਦਾ ਰੂਪ ਬਣ ਗਿਆ, ਮਨੁੱਖਾ ਸਰੀਰ ਹੀ ਪਲਟ ਗਿਆ। ਦਾਮ ਦੀਨ ਗਰ ਡਾਰਿਆ ਤੇ ਤਬ ਏਂਡਕ ਰੂਪ ਸੋ ਦੀਸਣ ਲੱਗਾ। ਹੁਣ ਜਿਹੜਾ ਵੇਖੇ ਉਹਨੂੰ ਬੰਦਾ ਦਿਸਦਾ ਹੀ ਨਹੀਂ। ਜਦੋਂ ਬੰਦਾ ਹੀ ਨਹੀਂ ਦਿਸੇਗਾ ਤੇ ਬੰਦੇ ਨੂੰ ਪਛਾਣੇਗਾ ਕੌਣ ਤੇ ਲੱਭੇਗਾ ਕੌਣ। ਮੈਂ ਇਸ ਗੱਲ ਦਾ ਬੜੀ ਵਾਰੀ ਜ਼ਿਕਰ ਕੀਤਾ ਹੈ। ਸਵੇਰ ਦਾ ਟਾਈਮ ਹੈ, ਸੀਸਗੰਜ ਸਾਹਿਬ ਇੱਕ ਪੁਲਿਸ ਵਾਲਾ ਇੱਕ ਬੰਦੇ ਨੂੰ ਫੜ ਕੇ ਬੈਠਾ ਸਵੇਰੇ 6 ਵਜੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹ ਗਿਆਨੀ ਜੀ ਤੁਹਾਨੂੰ ਦੱਸਾਂ, ਕਹਿੰਦਾ ਮੇਰੀ ਜ਼ਿੰਦਗੀ ਦਾ ਵੀ ਪਹਿਲਾ ਕੇਸ ਹੈ। ਉਦੋਂ ਜਿਹੜੀ ਸਰਾਂ ਹੈ ਨਾ ਸੀਸਗੰਜ ਸਾਹਿਬ, ਜਿੱਥੇ ਲੰਗਰ ਹਾਲ ਹੈ, ਪਾਰਕਿੰਗ ਹੈ, ਇਹ ਬਣਦਾ ਸੀ। ਮਤਲਬ ਇਹ ਗੱਲ ਹੋਣੀ ਅੱਜ ਤੋਂ 25 ਸਾਲ ਪੁਰਾਣੀ ਹੋਣੀ ਹੈ, 20 ਸਾਲ ਤੋਂ ਤੇ ਵੱਧ ਹੀ ਹੋਏਗੀ। ਉਹ ਬੰਦਾ ਕੀ ਕਰਦਾ ਸੀ? ਉਹ ਸੀ ਚੋਰ। ਉਹ ਘਰੋਂ ਵੱਡਾ ਸਾਰਾ ਟੈਚੀ ਲੈ ਕੇ ਆਉਂਦਾ ਸੀ ਖਾਲੀ। ਸਰਾਂ ਬਣਦੀ ਸੀ, ਪਿੱਛੇ ਟੈਂਪਰੇਰੀ ਬਾਥਰੂਮ ਬਣੇ ਸੀ, ਐਵੇਂ ਮਾੜੇ ਮਾੜੇ ਪਰਦੇ ਕਰਕੇ ਦਰਵਾਜ਼ੇ ਲਾ ਕੇ ਯਾਤਰੂ ਨੂੰ ਸਮਾਨ ਬਾਹਰ ਰੱਖ ਕੇ ਨਹਾਉਣਾ ਪੈਂਦਾ ਸੀ। ਤੇ ਜਦੋਂ ਯਾਤਰੂ ਮੂੰਹ ਤੇ ਸਾਬਣ ਲਾ ਲੈਣਾ, ਹੁਣ ਸਾਨੂੰ ਆਦਤ ਹੈ ਕਿ ਦਾੜੀ ਤੇ ਸਾਬਣ ਲਾਇਆ, ਮੂੰਹ ਤੇ ਸਾਬਣ ਲਾਇਆ, ਹੁਣ ਉਹਨੂੰ ਪਾਣੀ ਪੂਣੀ ਮਾਰਦੇ ਆ ਕੋਈ 10 15 20 30 ਸੈਕਿੰਡ ਤੇ ਲੱਗਣਗੇ ਨਾ। ਉਹ ਕੀ ਕਰਦਾ ਸੀ? ਵੇਂਦਾ ਰਹਿੰਦਾ ਸੀ। ਤੇ ਜਿਹਦਾ ਵੇਖਿਆ ਵੀ ਇਹਦਾ ਟੈਚੀ ਠੀਕ ਹੈ, ਇਹਦਾ ਸਮਾਨ ਵੀ ਠੀਕ ਹੋਏਗਾ, ਉਹ ਉਹਦਾ ਟੈਚੀ ਚੁੱਕਦਾ ਸੀ, ਆਪਣੇ ਟੈਚੀ 'ਚ ਪਾ ਲੈਂਦਾ ਸੀ, ਆਪਣਾ ਟੈਚੀ ਬੰਦ ਕਰ ਲੈਂਦਾ ਸੀ ਤੇ ਆਪਣਾ ਟੈਚੀ ਹੱਥ 'ਚ ਫੜ ਕੇ ਤੁਰ ਪੈਂਦਾ ਸੀ। ਹੁਣ ਜਦੋਂ ਤੁਸੀਂ ਆਪਣਾ ਟੈਚੀ ਤੁਹਾਡਾ ਗਵਾਚਾ ਹੈ ਤੇ ਤੁਸੀਂ ਲੋਕਾਂ ਦੇ ਹੱਥ 'ਚ ਆਪਣਾ ਟੈਚੀ ਵੇਖੋਗੇ ਨਾ, ਲੋਕਾਂ ਦੇ ਟੈਚੀ 'ਚ ਤੇ ਆਪਣਾ ਟੈਚੀ ਨਹੀਂ ਵੇਖੋਗੇ। ਮੇਰੇ ਲਈ ਵੀ ਨਵੀਂ ਗੱਲ ਸੀ। ਪੁਲਿਸ ਵਾਲਾ ਕਹਿੰਦਾ ਮੇਰੇ ਲਈ ਵੀ ਨਵੀਂ ਗੱਲ ਹੈ। ਹੁਣ ਭਾਈ ਮਰਦਾਨੇ ਨੂੰ ਬਣਾਤਾ ਮੇਢੂ, ਭੇਡੂ ਬਣਾ ਦਿੱਤਾ। ਹੁਣ ਕਵੀ ਜੀ ਇੱਥੇ ਲਿਖਦੇ ਨੇ ਵੀ ਜੇ ਤੇ ਭਾਈ ਮਰਦਾਨਾ ਹੋਵੇ ਬੰਦਾ ਤੇ ਵੇਖਣ ਵਾਲਾ ਕਵੇ ਵੀ ਆਹ ਬੰਦਾ ਕੌਣ ਹੈ ਬਾਈ, ਜਿਹਨੂੰ ਇਹਨਾਂ ਜਨਾਨੀਆਂ ਨੇ ਇਸਤਰੀਆਂ ਨੇ ਬੰਨਿਆ ਹੋਇਆ। ਹੁਣ ਭੇਡੂ ਨੂੰ ਕੌਣ ਪਛਾਣੇ? ਤੋ ਇੱਥੇ ਕਵੀ ਜੀ ਲਿਖਦੇ ਨੇ ਕਿ ਮਾਨਵ ਦੇਹ ਗਈ ਪਲਟੀ ਤਬ ਏਂਡਕ ਰੂਪ ਸੋ ਦੀਸਣ ਲਾਗਾ। ਹੁਣ ਉਹ ਰੂਪ ਹੀ ਬਦਲ ਗਿਆ, ਬੰਦੇ ਤੋਂ ਭੇਡੂ ਦਾ, ਮੇਂਢਕ ਦਾ ਰੂਪ ਬਣ ਗਿਆ। ਹਾਂਜੀ। ਗਰੀਬ ਮੈਂ ਗੇਰ ਕੈ ਦਾਮਨ ਬੰਧਨ ਬਾਂਧ ਦਇਓ ਕਲੰਕ ਕਜਿਨ ਭਾਗਾ। ਫਿਰ ਉਹਨੇ ਇਸ ਭਾਈ ਮਰਦਾਨੇ ਨੂੰ ਭੇਡੂ ਬਣਾ ਕੇ ਘਰ ਦੇ ਵਿੱਚ ਇੱਕ ਕਿੱਲੀ ਨਾਲ ਬੰਨ੍ਹ ਲਿਆ ਵੀ ਕਿਤੇ ਭੱਜ ਵੀ ਨਾ ਜਾਵੇ। ਪਹਿਲਾਂ ਜਾਨਵਰ ਬਣਾਇਆ, ਫਿਰ ਘਰ ਰੱਸੀ ਪਾ ਕੇ ਕਿੱਲੀ ਨਾਲ ਬੰਨ੍ਹ ਦਿੱਤਾ। ਹਾਂਜੀ। ਰੂਪੈ ਤੇ ਸੁਖ ਰੂਪ ਭਇਓ ਪੁਨ ਮਾਰਤ ਨਾਸਨ ਸੋ ਫੁਰ ਡਾਗਾ। ਰੂਪ ਤੋਂ ਕਰੂਪ ਹੋ ਗਿਆ, ਬੰਦੇ ਤੋਂ ਜਾਨਵਰ ਬਣ ਗਿਆ। ਹੁਣ ਭੇਡੂ ਜਿਹੜਾ ਉਹ ਜਦੋਂ ਸਾਹ ਵੀ ਲੈਂਦਾ ਹੈ ਤੇ ਉਹ ਨੱਕ ਦੇ ਰਾਹੀਂ ਉਹ ਫਰਾਟੇ ਮਾਰਦਾ। ਹੁਣ ਉਹ ਸਾਰੀ ਪ੍ਰਕਿਰਿਆ ਉੱਦਾਂ ਦੀ ਹੋ ਗਈ। ਹਾਂਜੀ। ਜਾਣਤ ਹੈ ਮਨ ਮੈਂ ਸਭ ਹੀ ਸੁਧ ਜੋਰ ਚਲੇ ਨ ਬੰਦ ਜੇ ਤਿਆਗਾ। ਕਵੀ ਜੀ ਕਹਿੰਦੇ ਬੁੱਧੀ ਦੀ ਸੁਧ ਹੈਗੀ ਸੀ, ਜਦ ਇਹੋ ਕਹਿ ਲਈਏ ਵੀ ਸੁਧ ਬੁੱਧ ਹੈਗੀ ਸੀ ਉਹਨੂੰ, ਵੀ ਮੈਂ ਬੰਦਾ ਸੀ, ਮੈਂ ਮਰਦਾਨਾ ਸੀ, ਮੈਨੂੰ ਜਾਨਵਰ ਬਣਾ ਦਿੱਤਾ। ਪਰ ਕਹਿੰਦੇ ਹੁਣ ਕਰੇ ਕੀ? ਹੁਣ ਬੋਲਣ ਦੀ ਸ਼ਕਤੀ ਨਹੀਂ,
ਹੁਣ ਭੇਡੂ ਬੰਦੇ ਵਾਲੀ ਬੋਲੀ ਤਾਂ ਬੋਲ ਨਹੀਂ ਸਕਦਾ, ਭੇਡੂ ਬੰਦਾ ਬਣ ਕੇ ਕਿਸੇ ਨੂੰ ਵਿਖਾ ਨਹੀਂ ਸਕਦਾ। ਹੁਣ ਭਾਈ ਮਰਦਾਨਾ ਜੀ ਪਛਤਾਉਂਦੇ ਨੇ, ਜੋਰ ਚੱਲੇ ਨੇ ਬੰਦ ਜੇ ਤਿਆਗਾ। ਹੁਣ ਨਾ ਆਪਣੇ ਆਪ ਉਹ ਕਿੱਲੇ ਨਾਲੋਂ ਖੁੱਲ ਸਕਦੇ ਨੇ ਕਿ ਚਲੋ ਰੱਸੀ ਤੜਾਓ ਤੇ ਭੱਜ ਕੇ ਬਾਬੇ ਨਾਨਕ ਦੇ ਕੋਲ ਚਲੇ ਜਾਓ। ਪੂਰਬ ਸੂਰਤ ਹੈ ਔਰ ਮੈਂ ਤੀਏ ਧੂਰਤ ਕੀਨ ਮੈਥੋ ਅਣਜਾਨਾ। ਮਨ ਵਿੱਚ ਸਮਝ ਆ ਗਈ ਕਿ ਮੈਂ ਅਵਗਿਆ ਕੀਤੀ, ਮੈਨੂੰ ਗੁਰੂ ਨੇ ਕਿਹਾ ਸੀ ਇਹ ਸ਼ਹਿਰ ਚੰਗਾ ਨਹੀਂ ਹੈ, ਮਰਦਾਨਿਆਂ ਇੱਥੋਂ ਦੇ ਲੋਕ ਚੰਗੇ ਨਹੀਂ, ਤੂੰ ਨਾ ਜਾ। ਤੇ ਮੈਂ ਗੁਰੂ ਦਾ ਬਚਨ ਮੋੜਿਆ, ਮੈਂ ਅਵਗਿਆ ਕੀਤੀ, ਉਸ ਅਵਗਿਆ ਦੀ ਮੈਨੂੰ ਸਜ਼ਾ ਮਿਲੀ ਹੈ। ਮੈਥੋਂ ਅਣਜਾਣਾ, ਮੈਂ ਅਣਜਾਣ ਸੀ, ਮੇਰੇ ਤੋਂ ਇਹ ਗਲਤੀ ਹੋਈ ਹੈ। ਨਾਨਕ ਬਹਿਣ ਨਾ ਮਾਨੇ ਮਨੰ ਦੁਖ ਜਾਂ ਤੇ ਸਹਾਰੋ ਆਪਣੇ ਪਾਨਾ। ਹੁਣ ਨਾਨਕ ਬਹਿਣ ਨਾ ਮਾਨੇ ਮਨੰ ਦੁਖ ਜਾਤੇ ਸਹਾਰੋ ਆਪਣੇ ਪਾਨਾ। ਕਹਿੰਦਾ ਮੈਂ ਗੁਰੂ ਨਾਨਕ ਦਾ ਬਚਨ ਨਹੀਂ ਮੰਨਿਆ, ਇਸ ਕਰਕੇ ਮੈਨੂੰ ਹੁਣ ਇਹਦੀ ਸਜ਼ਾ ਭੁਗਤਣੀ ਪਵੇਗੀ। ਜਉ ਨਹੀਂ ਤੂ ਕੋ ਨ ਮਾਨਤ ਬੈਣ ਕੋ ਪ੍ਰਾਪਤ ਹੋਇ ਦੁਖ ਮੋਹਿ ਸਮਾਨਾ। ਹੁਣ ਭੇਡੂ ਬਣਿਆ ਮਰਦਾਨਾ ਮਤ ਹੀ ਮਤ ਵਿੱਚ ਕਹਿੰਦਾ ਜਿਹੜਾ ਵੀ ਦੁਨੀਆ ਦੇ ਵਿੱਚ ਮੇਰੇ ਗੁਰੂ ਨਾਨਕ ਦੇ ਬਚਨ ਨਹੀਂ ਮੰਨੇਗਾ ਭਾਈ ਉਹਨੂੰ ਦੁੱਖ ਤਾਂ ਭੋਗਣੇ ਹੀ ਪੈਣਗੇ, ਉਹਨੂੰ ਦੁੱਖ ਤਾਂ ਆਪਣੇ ਜੀਵਨ ਦੇ ਵਿੱਚ ਹੰਡਾਉਣੇ ਹੀ ਪੈਣਗੇ। ਹਾਂਜੀ। ਦੇਸ਼ ਅਨਕੇਤ ਕਹਾਂ ਹਮਰੋ ਕਿਤ ਆਣ ਫਸਿਓ ਪਰਦੇਸ ਸਥਾਨਾ। ਮੇਰਾ ਦੇਸ਼ ਕਿੱਥੇ ਤੇ ਮੈਂ ਆ ਕੇ ਫਸਿਆ ਕਿੱਥੇ, ਤੇ ਮੇਰੇ ਨਾਲ ਹੋਈ ਕੀ, ਤੇ ਹੁਣ ਮੇਰਾ ਬਣੂਗਾ ਕੀ। ਕਿੱਲੇ ਨਾਲ ਬੱਧਾ ਮਰਦਾਨਾ ਭੇਡੂ ਰੂਪ ਦੇ ਵਿੱਚ ਪਛਤਾਉਂਦਾ ਹੈ, ਪਰ ਗੱਲ ਮਤ ਵਿੱਚ ਸਮਝ ਆ ਗਈ ਕਿ ਮੇਰੇ ਤੋਂ ਗਲਤੀ ਹੋਈ ਹੈ, ਮੈਂ ਗੁਰੂ ਨਾਨਕ ਦੇ ਪਿਤਾ ਜੀ ਦਾ ਬਚਨ ਨਹੀਂ ਮੰਨਿਆ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ ਕਿ ਫਿਰ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ ਨੂੰ ਪਤਾ ਸੀ, ਇਹ ਵੀ ਪਤਾ ਸੀ ਕਿ ਮਰਦਾਨਾ ਜਾਏਗਾ, ਇਹ ਵੀ ਪਤਾ ਸੀ ਵੀ ਇਹ ਭੇਡੂ ਬਣੇਗਾ, ਇਹ ਵੀ ਪਤਾ ਸੀ ਵੀ ਸਾਨੂੰ ਛਡਾਉਣਾ ਪਵੇਗਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਜਿਹੜੀ ਇਹ ਧਰਤੁਲਕਾਈ ਨੂੰ ਸੋਧਣ ਦੀ ਕਥਾ ਹੈ, ਇਹਨੂੰ ਬੜੀ ਸੰਜੀਦਗੀ ਨਾਲ ਸਮਝੋਗੇ ਫਿਰ ਪਤਾ ਲੱਗੇਗਾ ਕਿ ਉਹ ਕਿਵੇਂ ਆਪ ਪਰਮੇਸ਼ਰ ਸੀ। ਗੁਰੂ ਨਾਨਕ ਜਿਵੇਂ ਰੱਬ ਹੈ, ਰੱਬ ਆਪ ਹੀ ਸਭ ਕੁਝ ਕਰਦਾ ਹੈ। ਚੰਗੇ ਮਾੜੇ ਬੰਦੇ ਕਿੰਨੇ ਪੈਦਾ ਕੀਤੇ ਨੇ, ਚੰਗੇ ਮਾੜੇ ਸਮੇਂ ਕੌਣ ਪੈਦਾ ਕਰਦਾ ਹੈ, ਚੰਗੀਆਂ ਮਾੜੀਆਂ ਚੀਜ਼ਾਂ ਕਿੰਨੇ ਪੈਦਾ ਕੀਤੀਆਂ ਨੇ, ਇਹ ਸਾਰੀ ਰੱਬ ਦੀ ਖੇਡ ਹੈ। ਸਭ ਰੱਬ ਦੇ ਹੀ ਕੌਤਕ ਨੇ ਸਾਰੇ ਭਾਈ। ਅਸੀਂ ਤਾਂ ਸਿਰਫ ਉਹਦੇ ਵਿੱਚ ਇੱਕ ਤਮਾਸ਼ਾ ਹਾਂ। ਸੋ ਅਗਲੇ ਸਮੇਂ ਵਾਸਤੇ ਜੋ ਮਲਾਰ ਰਾਗ ਦੇ ਆਧਾਰਿਤ ਜੋ ਕੀਰਤਨ ਸਮਾਗਮ ਹੈ ਉਸ ਦਾ ਆਪ ਜੀ ਆਨੰਦ ਮਾਣੋ। ਮੈਂ ਬਿਨੇ ਕਰਾਂਗਾ ਭਾਈ ਪਰਮਜੀਤ ਸਿੰਘ ਜੀ ਨੂੰ ਕਿ ਅਗਲਾ ਜੋ ਜਥਾ ਹੈ ਉਸ ਦੀ ਅਨਾਉਂਸਮੈਂਟ ਕਰਨ। ਮੈਂ ਆਪ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਕੱਲ ਵੀ ਸਾਰਾ ਦਿਨ ਮਲਾਰ ਰਾਗ ਤੇ ਆਧਾਰਿਤ ਗੁਰੂ ਕੀ ਬਾਣੀ ਦਾ ਗਾਇਨ ਹੋਏਗਾ ਤੇ ਇਹਨਾਂ ਅਸਥਾਨਾਂ ਦੇ ਹਜੂਰੀ ਕੀਰਤਨੀਏ ਜੋ ਹਜੂਰੀ ਰਾਗੀ ਢਾਲੀ ਸਭਾ ਬਣੀ ਹੈ, ਇਹਨਾਂ ਸਾਰੇ ਕੀਰਤਨੀਆਂ ਨੇ ਆ ਕੇ ਹਾਜ਼ਰੀ ਭਰਨੀ ਹੈ। ਆਨੰਦ ਵੀ ਮਾਣੋ ਔਰ ਇਸ ਗੱਲ ਦੇ ਲਈ ਇਹਨਾਂ ਨੂੰ ਉਤਸ਼ਾਹ ਵੀ ਦਿਓ ਕਿ ਅੱਗੋਂ ਵਾਸਤੇ ਹੋਰ ਵੀ ਸੋਹਣੇ ਪ੍ਰੋਗਰਾਮ ਦਿੱਲੀ ਕਮੇਟੀ ਲੈ ਕੇ ਆਵੇ ਔਰ ਆਪਾਂ ਗੁਰੂ ਨਾਲ ਜੁੜੀਏ। ਯਤਨ ਇੱਕੋ ਹੀ ਹੈ, ਗੱਲ ਰਾਗ ਦੀ ਨਹੀਂ ਹੈ, ਗੱਲ ਇਹ ਹੈ ਕਿ ਇੱਕ ਬਹਾਨਾ ਹੈ ਕਿ ਆਪਾਂ ਗੁਰੂ ਪਾਤਸ਼ਾਹ ਜੀ ਦੇ ਸਿਫਤ ਸਲਾਹ ਦੇ ਨਾਲ ਜੁੜ ਸਕੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।